हाँ जी स्टूडेंट्स, लास्ट टाइम तुसी क्लीनजिंग एक्शन ऑफ सोप्स ਦਾ ਟੌਪਿਕ ਜੋ ਹੈ ਡਿਸਕਸ ਕੀਤਾ, ਜਿਹਦੇ 'ਚ ਇਹ ਚੀਜ਼ ਦੇਖੀ ਗਈ ਕਿ ਕਿਵੇਂ ਜੋ ਹੈ ਉਹ ਸਾਬਣ ਕੱਪੜੇ ਦੇ ਵਿੱਚੋਂ ਮੈਲ ਨੂੰ ਬਾਹਰ ਕੱਢ ਸਕਦਾ ਹੈ। ਸੋ ਮਾਈਜ਼ਲ ਫਾਰਮੇਸ਼ਨ ਜੋ ਹੈ ਕਰਕੇ ਕੱਪੜੇ ਦੇ ਵਿੱਚੋਂ ਮੈਲ ਜੋ ਹੈ ਬਾਹਰ ਕੱਢੀ ਜਾ ਸਕਦੀ ਹੈ। ਸੋ ਨੈਕਸਟ ਅੱਜ ਆਪਾਂ ਟੌਪਿਕ ਡਿਸਕਸ ਕਰਾਂਗੇ ਜਨਰਲ ਮੈਥਡਸ ਆਫ ਪ੍ਰੈਪਰੇਸ਼ਨ ਆਫ ਸੋਲਸ ਜਾਂ ਫਿਰ ਕੋਲੋਇਡਲ ਸੋਲਿਊਸ਼ਨਸ। ਕੋਲੋਇਡਲ ਸੋਲਿਊਸ਼ਨਸ ਪ੍ਰਪੇਅਰ ਕਰਨ ਦੇ ਡਿਫਰੈਂਟ ਜੋ ਮੈਥਡ ਨੇ ਉਹ ਆਪਾਂ ਇੱਥੇ ਡਿਸਕਸ ਕਰਾਂਗੇ। ਦੋ ਤਰ੍ਹਾਂ ਦੇ ਕੋਲੋਇਡਲ ਸੋਲਿਊਸ਼ਨ ਤੁਸੀਂ ਡਿਸਕਸ ਕੀਤੇ ਆ, ਇੱਕ ਲਾਇਓਫਿਲਿਕ ਤੇ ਇੱਕ ਲਾਇਓਫੋਬਿਕ। ਸੋ ਪਹਿਲਾਂ ਡਿਸਕਸ ਕਰਾਂਗੇ ਪ੍ਰੈਪਰੇਸ਼ਨ ਆਫ ਲਾਇਓਫਿਲਿਕ ਸੋਲਸ। ਲਾਇਓਫਿਲਿਕ ਸੋਲਸ ਦੇ ਵਿੱਚ ਵੀ ਤੁਸੀਂ ਪੜ੍ਹਿਆ ਸੀ ਇਹ ਕਿ ਇਹਨਾਂ ਦੇ ਵਿੱਚ ਆਪਸ 'ਚ ਅਟਰੈਕਸ਼ਨ ਬਹੁਤ ਹੁੰਦੀ ਹੈ। ਪਾਰਟੀਕਲਸ ਦੇ ਵਿੱਚ ਡਿਸਪਰਸਡ ਫੇਜ਼ ਤੇ ਡਿਸਪਰਜਨ ਮੀਡੀਅਮ ਦੇ ਪਾਰਟੀਕਲਸ ਦੇ ਵਿਚਕਾਰ ਆਪਸ 'ਚ ਬਹੁਤ ਜ਼ਿਆਦਾ ਅਟਰੈਕਸ਼ਨ। ਸੋ ਜਿੱਥੇ ਬਹੁਤ ਜ਼ਿਆਦਾ ਅਟਰੈਕਸ਼ਨ ਹੈ ਉੱਥੇ ਸਿੰਪਲੀ ਮਿਕਸਿੰਗ ਦੇ ਨਾਲ ਹੀ ਜੋ ਕੋਲੋਇਡਲ ਸੋਲਿਊਸ਼ਨਸ ਹੈ ਉਹ ਪ੍ਰਪੇਅਰ ਕੀਤੇ ਜਾ ਸਕਦੇ ਆ। ਸੋ ਲਿਖਿਆ ਵੀ ਹੋਇਆ ਇੱਥੇ the lyophilic soles have strong affinity between the particles of dispersed phase and dispersion medium। ਲਾਇਓਫਿਲਿਕ ਸੋਲਸ ਦੇ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਆ ਡਿਸਪਰਸਡ ਫੇਜ਼ ਤੇ ਡਿਸਪਰਜਨ ਮੀਡੀਅਮ ਦੇ ਵਿੱਚ ਉਹਨਾਂ 'ਚ ਆਪਸ 'ਚ ਬਹੁਤ ਅਟਰੈਕਸ਼ਨ ਹੁੰਦੀ ਹੈ। ਦੇਅਰਫੋਰ these soles are readily formed by simply mixing the dispersed phase and dispersion medium particles under ordinary conditions। ਸੋ ਇਸ ਕਰਕੇ ਕਹਿੰਦੇ ਜਿਹੜੇ ਇਹ ਸੋਲਸ ਨੇ ਬਹੁਤ ਆਸਾਨੀ ਦੇ ਨਾਲ ਸਿੰਪਲੀ ਮਿਕਸ ਕਰਕੇ ਆਪਸ 'ਚ ਕਿ ਡਿਸਪਰਸਡ ਫੇਜ਼ ਤੇ ਡਿਸਪਰਜਨ ਮੀਡੀਅਮ ਦੇ ਪਾਰਟੀਕਲਸ ਨੂੰ ਆਪਸ 'ਚ ਸਿੰਪਲੀ ਮਿਕਸ ਕਰੋ ਨਾਰਮਲ ਕੰਡੀਸ਼ਨਸ ਦੇ ਉੱਤੇ ਤਾਂ ਇਹ ਕੋਲੋਇਡਲ ਸੋਲਿਊਸ਼ਨਸ ਪ੍ਰਪੇਅਰ ਕੀਤੇ ਜਾ ਸਕਦੇ ਆ। ਫੋਰ ਐਗਜ਼ਾਮਪਲ the substances like gum, starch, egg albumin yellow part जो होंदा उदा readily pass into water to give colloidal solution। सो कहते इन्हों आसानी दे नाल वाटर दे विच मिक्स करके इन्हां दा colloidal solution बनाया जा सकता है। तो नैक्सट दूजे नंबर ते हुण प्रैपरेशन ऑफ लायोफोबिक सोल्स। सो लायोफोबिक सोल्स उन्हां च आपस च बहुती अट्रैक्शन नहीं हुंदी डिस्पर्सड फेज ਤੇ ਡਿਸਪਰਜਨ ਮੀਡੀਅਮ ਦੇ ਪਾਰਟੀਕਲਸ ਦੇ ਵਿਚਕਾਰ। ਸੋ ਇਸ ਕਰਕੇ ਇਹਨਾਂ ਨੂੰ ਪ੍ਰਪੇਅਰ ਕਰਨ ਦੇ ਇੱਥੇ ਡਿਫਰੈਂਟ ਮੈਥਡਸ ਨੇ ਉਹ ਆਪਾਂ ਇੱਥੇ ਡਿਸਕਸ ਕਰਾਂਗੇ। ਥੀਸ ਆਰ ਪ੍ਰਪੇਅਰਡ ਬਾਈ ਡਿਫਰੈਂਟ ਮੈਥਡਸ ਐਂਡ ਥੀਸ ਆਰ ਪਹਿਲਾ ਮੈਥਡ ਹੈ ਬਾਈ ਆਕਸੀਡੇਸ਼ਨ। ਸੋ ਆਕਸੀਡੇਸ਼ਨ +1 'ਚ ਤੁਸੀਂ ਪੜ੍ਹੀ ਹੈ ਐਡੀਸ਼ਨ ਆਫ ਆਕਸੀਜਨ ਔਰ ਰਿਮੂਵਲ ਆਫ ਹਾਈਡਰੋਜਨ। ਸੋ ਇਹਨੂੰ ਆਕਸੀਡੇਸ਼ਨ ਕਹਿੰਦੇ ਆ। ਸੋ ਇੱਥੇ ਦੇਖਦੇ ਹਾਂ ਕਿ ਕੀ ਹੁੰਦਾ ਹੈ ਕਿ ਐਡੀਸ਼ਨ ਆਫ ਆਕਸੀਜਨ ਹੁੰਦੀ ਹੈ ਜਾਂ ਰਿਮੂਵਲ ਆਫ ਹਾਈਡਰੋਜਨ। ਇਹਦੇ 'ਚ लिखा होया a colloidal solution of sulfur is obtained by bubbling the H2S gas through the solution of bromine water and sulfur dioxide। कहते सल्फर का जो colloidal solution है वो प्रपेयर किया जा सकता है जदों H2S गैस पास करवाई जाए ब्रोमीन वाटर दे विचों ते सल्फर डाइऑक्साइड दे विचों। सो इन्हां दोनों दे विचों जदों H2S गैस पास करवाई जाती है तो सल्फर का कोलोइडल सोल्यूशन जो है वो प्रपेयर हो जाता है। किमें फॉर एग्जाम्पल H2S गैस प्लस ब्रोमीन वाटर। सो ब्रोमीन लिक्विड होंदा है, वाटर कहते हैं आप इनू ब्रोमीन वाटर। तो ये जो H2S गैस पास करवाई जाती है तो सल्फर सैपरेट हो जाती है, मीनस रिमूवल ऑफ हाइड्रोजन। सो इत्थे हाइड्रोजन का रिमूवल हो गया, ये भी ऑक्सीडेशन है। सल्फर अलग रह गई इत्थे ते दो हाइड्रोजन ते दो ब्रोमीन मिल के 2 मॉलीक्यूल्स HBr ਦੇ ਬਣਾ ਲੈਂਦੇ ਆ। ਇਹ ਸਲਫਰ ਇਹਨੂੰ ਸਲਫਰ ਦਾ ਸੋਲ ਜਾਂ ਸਲਫਰ ਦਾ ਕੋਲੋਇਡਲ ਸੋਲਿਊਸ਼ਨ ਜੋ ਕਹਿ ਦਿੰਦੇ ਆਪਾਂ। ਇਸੇ ਤਰ੍ਹਾਂ ਦੋ ਮੋਲੀਕਿਊਲਸ H2S ਗੈਸ ਦੇ ਸਲਫਰ ਡਾਈਆਕਸਾਈਡ ਗੈਸ ਵਿੱਚੋਂ ਇਹਨੂੰ ਪਾਸ ਕਰਵਾਇਆ ਜਾਂਦਾ। ਸੋ ਇੱਥੇ ਵੀ ਇੱਥੋਂ ਸਲਫਰ ਜੋ ਹੈ ਉਹ ਸੈਪਰੇਟ ਹੋ ਜਾਂਦੀ ਹੈ ਤੇ ਆਹ ਸਲਫਰ ਦੋ ਇਹ ਤੇ ਤੀਜੀ ਇਹ ਸਲਫਰ ਸੈਪਰੇਟ ਹੋ ਗਈ। ਸੋ ਇੱਥੋਂ ਹਾਈਡਰੋਜਨ ਜੋ ਹੈ ਉਹ ਰਿਮੂਵ ਹੋ ਗਈ। ਸੋ ਇੱਥੇ ਇਹ ਆਕਸੀਜਨ ਦੇ ਨਾਲ ਮਿਲ ਕੇ ਵਾਟਰ ਮੋਲੀਕਿਊਲ ਤੇ ਤਿੰਨ ਜੋ ਹੈ ਸਲਫਰ ਦੇ ਸੋਲ ਸੈਪਰੇਟ ਹੋ ਜਾਂਦੇ ਆ। ਸੋ ਇਹ ਪਹਿਲਾ ਮੈਥਡ ਹੈ ਬਾਈ ਆਕਸੀਡੇਸ਼ਨ। ਦੂਜਾ ਮੈਥਡ ਹੈ ਬਾਈ ਰਿਡਕਸ਼ਨ। ਰਿਡਕਸ਼ਨ ਹੁੰਦਾ ਐਡੀਸ਼ਨ ਆਫ ਹਾਈਡਰੋਜਨ ਔਰ ਰਿਮੂਵਲ ਆਫ ਆਕਸੀਜਨ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਐਡੀਸ਼ਨ ਆਫ ਇਲੈਕਟ੍ਰੋ ਪੋਜ਼ਿਟਿਵ ਐਲੀਮੈਂਟ ਔਰ ਰਿਮੂਵਲ ਆਫ ਇਲੈਕਟ੍ਰੋ ਨੈਗੇਟਿਵ ਐਲੀਮੈਂਟ। ਇਹ ਵੀ +1 'ਚ ਤੁਸੀਂ ਪੜ੍ਹਿਆ ਹੋਇਆ। ਸੋ ਇੱਥੇ ਦੇਖਦੇ ਹਾਂ ਇਹਦੇ 'ਚ ਇੱਕ ਕੋਲੋਇਡਲ ਸੋਲਿਊਸ਼ਨ ਆਫ ਔਰਸ ਕਲੋਰਾਈਡ is reduced with stannous chloride to form gold soles। ਇਹਦੇ colloidal solution ਔਰਸ ਕਲੋਰਾਈਡ ਦਾ AuCl3 ਔਰਸ ਕਲੋਰਾਈਡ
ਉਹਦਾ ਜਦੋਂ ਰਿਐਕਸ਼ਨ ਕਰਵਾ ਦਿੰਦੇ ਆ ਸਟੈਨਸ ਕਲੋਰਾਈਡ ਦੇ ਨਾਲ SnCl2 ਦੇ ਨਾਲ ਤਾਂ ਰਿਡਕਸ਼ਨ ਹੋ ਜਾਂਦੀ ਉਹਦੀ ਤੇ 골ਡ ਦਾ ਸੋਲ ਬਣ ਜਾਂਦਾ ਹੈ। ਸੋਨੇ ਦਾ ਜੋ ਕਲੋਇਡਲ ਸੋਲੂਸ਼ਨ ਹੈ ਉਹ ਪ੍ਰਪੇਅਰ ਹੋ ਜਾਂਦਾ ਹੈ। ਕਿਵੇਂ ਆ ਇੱਥੇ ਐਗਜ਼ਾਮਪਲ ਲਿਖੀ ਹੋਈ ਹੈ 2 ਮੋਲੀਕਿਊਲਸ ਔਰਸ ਕਲੋਰਾਈਡ ਦੇ ਪਲੱਸ 3 ਮੋਲੀਕਿਊਲਸ ਸਟੈਨਸ ਕਲੋਰਾਈਡ ਦੇ। ਸੋ ਇਹਦੇ ਤੋਂ 3 ਮੋਲੀਕਿਊਲਸ ਸਟੈਨਸ ਟੈਟਰਾ ਕਲੋਰਾਈਡ ਪਲੱਸ 2 ਮੋਲੀਕਿਊਲਸ ਔਰਸ ਮੋਲੀਕਿਊਲਸ ਨਹੀਂ ਸੋ 2 ਮੋਲ ਔਰਸ ਦੇ ਮੀਨਸ 골ਡ ਸੋਲ ਜੋ ਹੈ ਉਹ ਇੱਥੇ ਪ੍ਰਪੇਅਰ ਹੋ ਗਿਆ ਇਹਦੇ 'ਚ। ਸੋ ਰਿਮੂਵਲ ਆਫ ਇਲੈਕਟ੍ਰੋ ਨੈਗੇਟਿਵ ਐਲੀਮੈਂਟ ਇਹਦੇ ਵਿੱਚੋਂ। ਸੋ ਇਲੈਕਟ੍ਰੋ ਨੈਗੇਟਿਵ ਐਲੀਮੈਂਟ ਰਿਮੂਵ ਹੋ ਗਿਆ ਮੀਨਸ ਰਿਡਕਸ਼ਨ ਹੋ ਗਈ ਔਰਸ 골ਡ ਦਾ ਸੋਲ ਜੋ ਹੈ ਉਹ ਪ੍ਰਪੇਅਰ ਹੋ ਜਾਂਦਾ ਹੈ ਕਲੋਇਡਲ ਸੋਲੂਸ਼ਨ। ਨੈਕਸਟ ਅਗਲਾ ਮੈਥਡ ਹੈ ਤੀਜੇ ਨੰਬਰ ਤੇ ਬਾਏ ਹਾਈਡਰੋਲਿਸਿਸ। ਹਾਈਡਰੋਲਿਸਿਸ ਵਾਟਰ ਮੋਲੀਕਿਊਲ ਐਡ ਕਰਵਾਉਣਾ। ਸੋ ਲਿਖਿਆ ਹੋਇਆ a colloidal solution of ferric hydroxide is prepared when a concentrated solution of ferric chloride is added drop wise to hot water। ਕਹਿੰਦੇ ਜਦੋਂ ਗਰਮ ਪਾਣੀ ਦੇ ਵਿੱਚ ਡ੍ਰੌਪ ਵਾਈਜ਼ ਫੈਰਿਕ ਕਲੋਰਾਈਡ ਦਾ ਸੋਲੂਸ਼ਨ ਐਡ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਫੈਰਿਕ ਹਾਈਡਰੋਕਸਾਈਡ ਦਾ ਕਲੋਇਡਲ ਸੋਲੂਸ਼ਨ ਪ੍ਰਪੇਅਰ ਹੋ ਜਾਂਦਾ ਹੈ। ਸੋ FeCl3 + 3 ਮੋਲੀਕਿਊਲਸ ਵਾਟਰ ਦੇ ਹੌਟ ਵਾਟਰ। ਸੋ ਇਹਦੇ ਵਿੱਚੋਂ 3 OH ਮੋਲੀਕਿਊਲਸ ਜਿਹੜੇ ਆ ਆਇਰਨ ਦੇ ਨਾਲ ਜਾ ਕੇ ਅਟੈਚ ਹੋ ਗਏ FeOH 3 ਟਾਈਮਸ ਫੈਰਿਕ ਹਾਈਡਰੋਕਸਾਈਡ ਕਹਿੰਦੇ ਆਪਾਂ ਇਹਨੂੰ ਪਲੱਸ 3 ਇੱਥੋਂ ਹਾਈਡਰੋਜਨ ਬਚ ਗਏ ਤੇ 3 ਕਲੋਰੀਨ ਮਿਲ ਕੇ 3 ਮੋਲੀਕਿਊਲਸ HCl ਦੇ ਬਣ ਜਾਂਦੇ ਆ। ਸੋ ਇਹ ਕਲੋਇਡਲ ਸੋਲੂਸ਼ਨ ਇੱਥੇ ਫੈਰਿਕ ਹਾਈਡਰੋਕਸਾਈਡ ਦਾ। ਨੈਕਸਟ ਮੈਥਡ ਹੈ ਬਾਏ ਐਕਸੈਸਿਵ ਕੂਲਿੰਗ। ਕਈ ਵਾਰ ਕੋਈ ਸੋਲੂਸ਼ਨ ਇਹੋ ਜਿਹਾ ਹੁੰਦਾ ਕਿ ਬਹੁਤ ਜ਼ਿਆਦਾ ਠੰਡਾ ਕਰ ਦਈਏ ਤਾਂ ਵੀ ਉਹਦੇ ਵਿੱਚ ਸੋ ਪਾਰਟੀਕਲਸ ਜੋ ਹੈ ਉਹ ਡਿਸਪਰਸਡ ਫੇਜ਼ ਦੇ ਉਹ ਅਕਮੂਲੇਟ ਹੋ ਜਾਂਦੇ ਇਕੱਠੇ ਹੋ ਜਾਂਦੇ ਤੇ ਕਲੋਇਡਲ ਸੋਲੂਸ਼ਨ ਬਣਾ ਲੈਂਦੇ ਆ। ਜਿਵੇਂ ਆਪਾਂ ਨਾਰਮਲ 'ਚ ਦੇਖਦੇ ਹਾਂ ਕਿ ਜੋ ਦੁੱਧ ਹੈ ਜਦੋਂ ਗਰਮ ਕੀਤਾ ਹੋਵੇ ਤਾਂ ਪਾਰਟੀਕਲਸ ਮਿਕਸ ਹੋਏ ਹੁੰਦੇ ਆ ਬਟ ਜਦੋਂ ਉਹਨੂੰ ਠੰਡਾ ਕਰਨਾ ਸ਼ੁਰੂ ਕਰ ਦਈਏ ਤਾਂ ਆਪਾਂ ਦੇਖਦੇ ਹਾਂ ਕਿ ਥੋੜ੍ਹੇ ਥੋੜ੍ਹੇ ਜੋ ਹੈ ਉਹ ਕਰੀਮ ਦੇ ਕਣ ਹੌਲੀ ਹੌਲੀ ਉਹ ਅਕਮੂਲੇਟ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਬਹੁਤ ਜ਼ਿਆਦਾ ਠੰਡਾ ਕਰਕੇ ਵੀ ਇੱਕ ਕਲੋਇਡਲ ਸੋਲੂਸ਼ਨ ਜੋ ਹੈ ਉਹ ਪ੍ਰਪੇਅਰ ਕੀਤਾ ਜਾ ਸਕਦਾ। ਸੋ ਲਿਖਿਆ ਹੋਇਆ ਅ ਕਲੋਇਡਲ ਸੋਲੂਸ਼ਨ ਆਫ ਆਈਸ in an organic solvent like ether or chloroform can be prepared by freezing a solution of water in the solvent। ਕਹਿੰਦੇ colloidal solution ਬਣਾਇਆ ਜਾ ਸਕਦਾ ਹੈ ਆਈਸ ਦਾ ਕਿਸੇ ਵੀ ਆਰਗੈਨਿਕ ਸੋਲਵੈਂਟ ਦੇ ਵਿੱਚ ਜਿਵੇਂ ਈਥਰ ਹੋ ਗਈ ਜਾਂ ਕਲੋਰੋਫਾਰਮ ਹੋ ਗਈ ਇਹਦੇ ਵਿੱਚ ਆਈਸ ਦਾ colloidal solution ਬਣ ਸਕਦਾ ਹੈ। ਕਿਵੇਂ? ਜਦੋਂ ਸੋਲੂਸ਼ਨ ਜੋ ਹੈ ਵਾਟਰ ਪਾ ਕੇ ਉਹਦੇ ਵਿੱਚ ਕੋਈ ਵੀ ਸੋਲੂਸ਼ਨ ਜਿਵੇਂ ਈਥਰ ਦਾ ਸੋਲੂਸ਼ਨ ਹੈ ਜਾਂ ਕਲੋਰੋਫਾਰਮ ਦਾ ਉਹਦੇ ਵਿੱਚ ਵਾਟਰ ਪਾ ਕੇ ਉਹਨੂੰ ਫਰੀਜ਼ ਕਰ ਦਈਏ ਤਾਂ ਉਸ ਸਮੇਂ ਬਹੁਤ ਜ਼ਿਆਦਾ ਐਕਸੈਸਿਵ ਕੂਲਿੰਗ ਦੇ ਨਾਲ ਇਹਦਾ ਕਲੋਇਡਲ ਸੋਲੂਸ਼ਨ ਪ੍ਰਪੇਅਰ ਕੀਤਾ ਜਾ ਸਕਦਾ ਹੈ। ਨੈਕਸਟ ਬਾਏ ਪੈਪਟਾਈਜ਼ੇਸ਼ਨ। ਪੈਪਟਾਈਜ਼ੇਸ਼ਨ ਕਿਹਨੂੰ ਕਹਿ ਦਿੰਦੇ ਆ? ਦ ਪ੍ਰੋਸੈਸ ਆਫ ਕਨਵਰਟਿੰਗ ਅ ਫਰੈਸ਼ਲੀ ਪ੍ਰਪੇਅਰਡ ਪ੍ਰੈਸੀਪੀਟੇਟ ਇਨਟੂ ਕੋਲੋਇਡਲ ਫਾਰਮ ਬਾਏ ਦ ਐਡੀਸ਼ਨ ਆਫ ਅ ਸੂਟੇਬਲ ਇਲੈਕਟ੍ਰੋਲਾਈਟ ਇਜ਼ ਕਾਲਡ ਪੈਪਟਾਈਜ਼ੇਸ਼ਨ। ਇਹ ਡੈਫੀਨੇਸ਼ਨ ਵੀ ਹੈ ਪੈਪਟਾਈਜ਼ੇਸ਼ਨ ਦੀ ਕਿ ਉਹ ਪ੍ਰੋਸੈਸ ਜਿਹਦੇ ਵਿੱਚ ਕੋਈ ਫਰੈਸ਼ਲੀ ਪ੍ਰਪੇਅਰਡ ਪ੍ਰੈਸੀਪੀਟੇਟ ਹੋਣ ਪ੍ਰੈਸੀਪੀਟੇਟ ਬਣਾਏ ਕੋਈ ਬਿਲਕੁਲ ਫਰੈਸ਼ ਤੇ ਉਹਨਾਂ ਨੂੰ ਕੋਲੋਇਡਲ ਫਾਰਮ 'ਚ ਕਨਵਰਟ ਕੀਤਾ ਜਾਵੇ। ਕਦੋਂ? ਜਦੋਂ ਉਹਦੇ ਵਿੱਚ ਕੋਈ ਸੂਟੇਬਲ ਇਲੈਕਟ੍ਰੋਲਾਈਟ ਐਡ ਕਰ ਦਈਏ ਤਾਂ ਉਹ ਮੁੜ ਕੇ ਫਿਰ ਦੁਬਾਰਾ ਇੱਕ ਕੋਲੋਇਡਲ ਸੋਲੂਸ਼ਨ ਬਣ ਜਾਂਦਾ ਹੈ। ਇਸ ਪ੍ਰੋਸੈਸ ਨੂੰ ਆਪਾਂ ਪੈਪਟਾਈਜ਼ੇਸ਼ਨ ਦਾ ਨਾਮ ਦਿੰਦੇ ਹਾਂ ਐਂਡ ਦਾ ਇਲੈਕਟ੍ਰੋਲਾਈਟ ਯੂਜ਼ਡ ਫॉर ਦਿਸ ਪਰਪਸ ਇਜ਼ ਕਾਲਡ ਪੈਪਟਾਈਜ਼ਿੰਗ ਏਜੰਟ। ਸੋ ਇਸ ਪ੍ਰੋਸੈਸ ਦੇ ਲਈ ਜੋ ਇਲੈਕਟ੍ਰੋਲਾਈਟ ਆ ਸੂਟੇਬਲ ਇਲੈਕਟ੍ਰੋਲਾਈਟ ਯੂਜ਼ ਕੀਤਾ ਜਾਂਦਾ ਸੋ ਉਹਨੂੰ ਪੈਪਟਾਈਜ਼ਿੰਗ ਏਜੰਟ ਦਾ ਨਾਮ ਦੇ ਦਿੰਦੇ ਆ। ਸੋ ਇਹ ਫਰੈਸ਼ਲੀ ਪ੍ਰਪੇਅਰਡ ਪ੍ਰੈਸੀਪੀਟੇਟਸ ਜੋ ਹੈ ਇਹ ਪ੍ਰੈਸੀਪੀਟੇਟ ਬਣਾਏ ਜਾਂਦੇ ਆ ਤੁਹਾਡੇ ਪ੍ਰੈਕਟੀਕਲਸ ਆਉਂਦੇ ਆ ਉਹਦੇ ਵਿੱਚ ਪ੍ਰੈਸੀਪੀਟੇਟ ਬਣਾਉਣੇ ਹੁੰਦੇ ਆ ਉਹਨਾਂ ਤੋਂ ਕੋਲੋਇਡਲ ਸੋਲੂਸ਼ਨ ਵੀ ਆਪਾਂ ਪ੍ਰਪੇਅਰ ਕਰ ਸਕਦੇ ਆ। ਚਲੋ ਜੇ ਤੁਹਾਡੇ ਸਕੂਲ ਜਦੋਂ ਖੁੱਲ੍ਹਣਗੇ ਤਾਂ ਫਿਰ ਇਹ ਪ੍ਰੈਕਟੀਕਲਸ ਜਿਹੜੇ ਆ ਤੁਸੀਂ ਕਰ ਸਕਦੇ ਆ ਕਿ ਪ੍ਰੈਸੀਪੀਟੇਟਸ ਕਿਵੇਂ ਬਣਾਏ ਜਾ ਸਕਦੇ ਆ ਕਿਸੇ ਸਬਸਟੈਂਸ ਦੇ ਤਾਂ ਉਸ ਸਮੇਂ ਫਿਰ ਤੁਹਾਨੂੰ ਇਹ ਪ੍ਰੈਸੀਪੀਟੇਸ਼ਨ ਦੀ ਪ੍ਰੋਸੈਸ ਜੋ ਹੈ ਜ਼ਰੂਰ ਸਮਝ ਆਵੇਗੀ। ਸੋ ਇਹ ਮੈਥਡਸ ਹੋ ਗਏ ਸਾਡੇ ਕੋਲ ਡਿਫਰੈਂਟ ਜਿਨ੍ਹਾਂ ਦੇ ਵਿੱਚ ਕੋਲੋਇਡਲ ਸੋਲੂਸ਼ਨਸ ਪ੍ਰਪੇਅਰ ਕੀਤੇ ਜਾ ਸਕਦੇ ਆ। ਸੋ ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸਹੀ ਇਹ। ਨੈਕਸਟ ਟੌਪਿਕ ਆਪਾਂ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।